ਹੈਲੋ एवरीवन। हाँ जी, अपना नैक्सट टॉपिक है कंजैशन। ਆਪਾਂ ਕੀਤਾ ਸੀਗਾ ਕਿ ਜਦੋਂ ਇੱਕ ਮਸ਼ੀਨ ਨੇ ਇੱਕ ਸਟੇਸ਼ਨ ਨੇ ਡਾਟਾ ਸੈਂਡ ਕਰਨਾ ਤਾਂ ਉਹਨਾਂ ਦਾ ਜਿਹੜਾ ਡਾਟਾ ਸ਼ੇਅਰ ਕਰਨ ਦਾ ਸਿੰਗਲ ਚੈਨਲ ਹੁੰਦਾ, ਤਾਂ ਜਦੋਂ ਉਹ ਡਾਟਾ ਸ਼ੇਅਰ ਕਰਦੇ ਆ ਤਾਂ ਹੋ ਸਕਦਾ ਉਸ ਟਾਈਮ 'ਤੇ ਦੂਸਰੀ ਮਸ਼ੀਨ ਡਾਟਾ ਸ਼ੇਅਰ ਕਰ ਰਹੀ ਹੋਵੇ ਅਤੇ ਜਿਹੜਾ ਆਪਣਾ ਚੈਨਲ ਬਿਜ਼ੀ ਹੋਵੇ, ਤਾਂ ਆਪਣਾ ਸਟੇਸ਼ਨ ਇੱਕ ਸਟੇਸ਼ਨ ਉਹ ਵੀ ਡਾਟਾ ਆਪਦਾ ਸੈਂਡ ਕਰ ਦਿੰਦਾ, ਤਾਂ ਉੱਥੇ ਜਿਹੜਾ ਕੰਜੈਸ਼ਨ ਅਕਰ ਹੋ ਜਾਂਦਾ। ਆਪਾਂ ਕੀਤਾ ਸੀ ਨਾ ਵੀ ਕਲੀਜ਼ਨ ਅਕਰ ਹੋ ਜਾਂਦਾ, ਉੱਥੇ ਆਪਣਾ ਡਾਟਾ ਜਿਹੜਾ ਸਹੀ ਤਰੀਕੇ ਨਾਲ ਸੈਂਡ ਨਹੀਂ ਹੋ ਸਕਦਾ। ਤਾਂ ਜਦੋਂ ਕਲੀਜ਼ਨ ਅਕਰ ਹੋ ਗਿਆ ਅਤੇ ਆਪਣਾ ਜਿਹੜਾ ਡਾਟਾ ਉਹ ਜਾਂ ਤਾਂ ਉੱਥੇ ਮਿਸਮੈਚ ਹੋ ਜਾਂਦਾ, ਕਿਸੇ ਨਾਲ ਅੱਗੇ ਨਹੀਂ ਜਾ ਪਾਉਂਦਾ, ਜਾਂ ਫਿਰ ਉੱਥੇ ਹੀ ਅਟਕ ਜਾਂਦਾ। ਇਸ ਚੀਜ਼ ਨੂੰ ਆਪਾਂ ਕੰਜੈਸ਼ਨ ਕਹਾਂਗੇ। ਕੰਜੈਸ਼ਨ ਇਜ਼ ਅ ਸਿਚੁਏਸ਼ਨ ਇਨ ਕੰਪਿਊਟਰ ਨੈਟਵਰਕ ਇਨ ਵਿਚ performance of network is degraded due to presence of too many packet on the subnet। ਜਦੋਂ ਆਪਣੇ ਚੈਨਲ ਦੇ ਵਿੱਚ ਬਹੁਤ ਸਾਰੇ ਪੈਕਟ ਇੱਕੋ ਜਗ੍ਹਾ ਇਕੱਠੇ ਹੋ ਜਾਂਦੇ ਆ, ਬਟ ਉਹ ਫਿਰ ਟਰਾਂਸਫਰ ਨਹੀਂ ਹੋ ਪਾਉਂਦੇ, ਨਾ ਤਾਂ ਉਹ ਸੋਰਸ ਵੱਲ ਵਾਪਸ ਜਾ ਸਕਦੇ, ਨਾ ਡੈਸਟੀਨੇਸ਼ਨ ਵੱਲ ਜਾ ਸਕਦੇ ਆ। ਉਸ ਟਾਈਮ 'ਤੇ ਉੱਥੇ ਕਲੀਜ਼ਨ ਅਕਰ ਹੋ ਜਾਂਦਾ ਸੀ। ਆਪਣੇ ਕੋਲ ਆਪਾਂ ਕੀਤਾ ਸੀ ਇਹਦੇ ਕਲੀਜ਼ਨ ਦਾ ਪੂਰਾ ਟੋਪਿਕ। ਤਾਂ ਜਦੋਂ ਕਲੀਜ਼ਨ ਅਕਰ ਹੋ ਗਿਆ ਤਾਂ ਜਿਹੜੀ ਆਪਣੀ ਪਰਫੋਰਮੈਂਸ ਆਪਣੇ ਸਿਸਟਮ ਦੀ ਉਹ ਡੀਗਰੇਡ ਹੋ ਜਾਂਦੀ ਹੈ, ਕਿ ਘੱਟ ਜਾਂਦੀ ਹੈ। ਦੇਖੋ, ਜਦੋਂ ਆਪਣਾ ਡਾਟਾ ਹੀ ਨਾ ਟਰਾਂਸਫਰ ਹੋ ਸਕਿਆ ਤਾਂ ਆਪਣੀ ਜਿਹੜੀ ਪਰਫੋਰਮੈਂਸ ਆ ਉਹ ਆਟੋਮੈਟਿਕਲੀ ਘੱਟ ਜਾਂਦੀ ਹੈ ਆਪਣੇ ਸਿਸਟਮ ਦੀ। ਤਾਂ ਇਸ ਸਿਚੁਏਸ਼ਨ ਨੂੰ ਹੈ ਜਿਹੜਾ ਆਪਾਂ ਕੰਜੈਸ਼ਨ ਕਹਾਂਗੇ, ਕਿ ਜਦੋਂ ਆਪਣੇ ਚੈਨਲ ਦੇ ਵਿੱਚ ਬਹੁਤ ਸਾਰੇ ਪੈਕਟ ਹੋ ਜਾਣ ਅਤੇ ਉਹਦੇ ਨਾਲ ਜਿਹੜੀ ਪਰਫੋਰਮੈਂਸ ਆਪਣੇ ਚੈਨਲ ਦੀ ਉਹ ਘੱਟ ਜਾਂਦੀ ਹੈ। ਕੰਜੈਸ਼ਨ ਇਨ ਅ ਨੈਟਵਰਕ ਮੇ ਅਕਰ ਵੈਨ ਦਾ ਲੋਡ ਔਨ ਦਾ ਨੈਟਵਰਕ ਇਜ਼ ਗ੍ਰੇਟਰ ਦੈਨ ਦਾ ਕਪੈਸਿਟੀ ਆਫ ਨੈਟਵਰਕ। ਕੰਜੈਸ਼ਨ ਉਦੋਂ ਅਕਰ ਹੁੰਦਾ ਵੀ ਜਿਹੜੀ ਆਪਣੀ ਕਪੈਸਿਟੀ ਹੈ ਨੈਟਵਰਕ ਦੀ ਉਹ ਘੱਟ ਹੈ ਅਤੇ ਉੱਥੇ ਲੋਡ ਜ਼ਿਆਦਾ ਹੋ ਗਿਆ। ਮਤਲਬ ਕਿ ਡਾਟਾ ਟਰਾਂਸਫਰ ਕਰਨ ਦਾ ਆਪਣੀ ਜਿਹੜੀ ਕਪੈਸਿਟੀ ਘੱਟ ਹੈ। ਮੰਨ ਲਓ ਆਪਾਂ 4 ਪੈਕਟ ਹੀ ਇੱਕ ਟਾਈਮ 'ਤੇ ਜਿਹੜੇ ਟਰਾਂਸਫਰ ਕਰ ਸਕਦੇ ਹਾਂ, ਪਰ ਲੋਡ ਉੱਤੇ ਜ਼ਿਆਦਾ ਹੋ ਗਿਆ ਕਿ ਮਸ਼ੀਨਸ ਉਹਦੇ ਵਿੱਚ 8-10 ਪੈਕਟ ਇੱਕ ਟਾਈਮ 'ਤੇ ਟਰਾਂਸਫਰ ਕਰਨ ਨੂੰ ਕਹਿ ਰਹੀ ਹੈ। ਤਾਂ ਉਸ ਟਾਈਮ ਉਹ 'ਤੇ ਲੋਡ ਜ਼ਿਆਦਾ ਹੋ ਗਿਆ ਅਤੇ ਜਿਹੜਾ ਆਪਣਾ ਕੰਜੈਸ਼ਨ ਆ ਉਹ ਅਕਰ ਹੋ ਜਾਊਗਾ। ਡਾਇਗ੍ਰਾਮ ਦੇ ਵਿੱਚ ਸ਼ੋਅ ਹੋ ਰਿਹਾ ਕਿ ਜਿਹੜਾ ਡਿਜ਼ਾਇਰੇਬਲ ਸੀਗਾ ਕਿ ਡਾਟਾ ਕਿਸ ਵੇ ਦੇ ਵਿੱਚ ਜਾਣਾ ਚਾਹੀਦਾ, ਉਹ ਨਹੀਂ ਹੋ ਸਕਿਆ ਅਤੇ ਫਿਰ ਡਾਟਾ ਉਦੋਂ ਘੱਟ ਚਲਾ ਗਿਆ, ਹੋਰ ਸਾਈਡ ਹੋ ਗਿਆ। ਇਸ ਚੀਜ਼ ਨੂੰ ਆਪਾਂ ਕੰਜੈਸ਼ਨ ਕਹਾਂਗੇ। ਹੁਣ ਦੇਖੋ ਨੈਕਸਟ ਆਪਣਾ ਕਾਜ਼ ਆਫ ਕੰਜੈਸ਼ਨ, ਕਿ ਜਿਹੜਾ ਆਪਾਂ ਕੰਜੈਸ਼ਨ ਅਕਰ ਹੋਇਆ ਉਹਦੇ ਕਾਰਨ ਕੀ ਕੀ ਹੋ ਸਕਦੇ ਨੇ। ਪਹਿਲਾ ਕਾਰਨ ਹੈ ਇਫ ਸਡਨਲੀ ਅ ਸਟਰੀਮ ਆਫ ਪੈਕਟ ਸਟਾਰਟ ਅਰਾਈਵ ਔਨ 3 or 4 ਇਨਪੁਟ ਐਂਡ ਆਲ ਨੀਡਡ ਦਾ ਸੇਮ ਆਊਟਪੁੱਟ ਲਾਈਨ। ਕਿ ਇਨਪੁਟਸ ਆਪਣੇ ਕੋਲ 3 ਜਾਂ 4 ਲਾਈਨਸ ਹੈ, 3 ਜਾਂ 4 ਸੋਰਸ ਮਸ਼ੀਨ ਹੈਗੇ ਨੇ ਆਪਣੇ ਜਿਹੜੀਆਂ ਇਨਪੁੱਟ ਦੇ ਰਹੇ ਆ, ਪਰ ਆਪਣੇ ਕੋਲ ਆਊਟਪੁੱਟ ਲਾਈਨ ਇੱਕੋ ਹੀ ਹੈ। ਡਾਟਾ ਜਿਹੜਾ ਇੱਕੋ ਜਗ੍ਹਾ ਤੋਂ ਹੀ ਜਾਣਾ, ਤਾਂ ਉੱਥੇ ਜਿਹੜਾ ਆਪਣਾ ਕੰਜੈਸ਼ਨ ਅਕਰ ਹੋ ਸਕਦਾ, ਉੱਥੇ ਜਿਹੜੀ ਆਪਾਂ ਨੂੰ ਪ੍ਰੋਬਲਮ ਆ ਸਕਦੀ ਹੈ। ਤਾਂ ਫਿਰ ਉਹਨਾਂ ਨੂੰ ਕਿਊ ਦੇ ਵਿੱਚ ਵੇਟ ਕਰਨੀ ਪੈਂਦੀ ਹੈ, ਅਤੇ ਫਿਰ ਜਦੋਂ ਟਾਈਮ ਹੈ ਜਿਹੜਾ ਉਹਨਾਂ ਦਾ ਮਤਲਬ ਇੱਕੋ ਟਾਈਮ 'ਤੇ ਜੇਕਰ ਉਹ ਆਪਣਾ ਡਾਟਾ ਟਰਾਂਸਫਰ ਕਰਨਾ ਚਾਹੁੰਣਗੇ ਤਾਂ ਪੋਸੀਬਲ ਹੀ ਨਹੀਂ ਹੈ, ਕਿਉਂਕਿ ਇਨਪੁੱਟ ਲਾਈਨ ਜਦੋਂ ਇੱਕ ਤੋਂ ਜ਼ਿਆਦਾ ਹੈਗੀ ਹੈ ਅਤੇ ਆਊਟਪੁੱਟ ਲਾਈਨ ਆਪਣੇ ਕੋਲ ਇੱਕ ਹੈਗੀ ਹੈ, ਤਾਂ ਉੱਥੇ ਕੰਜੈਸ਼ਨ ਅਕਰ ਹੋ ਜਾਂਦਾ। ਜਾਂ ਤਾਂ ਇਹ ਹੋ ਸਕਦਾ ਕਿ ਉਹ ਕਿਊ ਦੇ ਵਿੱਚ ਉਹਨਾਂ ਨੂੰ ਵੇਟ ਕਰਨਾ ਪਊਗਾ ਆਪਣੀ ਟਰਨ ਆਉਣ ਲਈ। ਆਪਾਂ ਕੋਈ ਟਾਈਮ ਕਲੋਕ ਲਗਾ ਸਕਦੇ ਹਾਂ ਉੱਥੇ ਕਿ ਇੰਨੇ ਟਾਈਮ ਤੱਕ ਤੁਸੀਂ ਆਪਣਾ ਡਾਟਾ ਟਰਾਂਸਫਰ ਕਰ ਸਕਦੇ ਹੋ। ਤਾਂ ਜਾਂ ਤਾਂ ਉੱਥੇ ਆਪਾਂ ਟਾਈਮ ਕਲੋਕ ਲਗਾ ਕੇ ਇੱਕ ਕਿਊ ਕ੍ਰੀਏਟ ਕਰ ਸਕਦੇ ਹਾਂ ਕਿ ਉਹਦੇ ਵਿੱਚੋਂ ਵੇਟ ਕਰਨ ਅਤੇ ਜਦੋਂ ਉਹਨਾਂ ਦੀ ਟਰਨ ਆਉਂਦੀ ਹੈ ਡਾਟਾ ਟਰਾਂਸਫਰ ਕਰਨ। ਪਰ ਇਸ ਤੋਂ ਪਹਿਲਾਂ ਇਹਦੇ ਵਿੱਚ ਕੋਈ ਮਤਲਬ ਕੰਜੈਸ਼ਨ ਦੇ ਵਿੱਚ ਜਿੱਥੇ ਆਪਾਂ ਪੜ੍ਹ ਰਹੇ ਹਾਂ ਕਾਰਨ ਕੀ ਹੋ ਸਕਦੇ, ਇੱਥੇ ਹਾਲੇ ਤੱਕ ਕੋਈ ਵੀ ਟਾਈਮ ਕਲੋਕ ਯੂਜ਼ ਨਹੀਂ ਕੀਤਾ ਗਿਆ ਸੀ, ਤਾਂ ਕਰਕੇ ਪ੍ਰੋਬਲਮ ਅਕਰ ਹੋਈ। ਸੈਕਿੰਡ ਜਿਹੜਾ ਉਹਦਾ ਕੋਜ਼ ਹੈਗਾ ਉਹ ਹੈਗਾ ਇਫ ਦਾ ਪ੍ਰੋਸੈਸਰ ਆਰ ਸਲੋ। ਜੇਕਰ ਜਿਹੜਾ ਆਪਣਾ ਪ੍ਰੋਸੈਸਰ ਆ ਉਹ ਘੱਟ ਹੈ, ਘੱਟ ਉਹਦੀ ਸਪੀਡ ਜਿਹੜੀ ਬਹੁਤ ਸਲੋ ਹੈ, ਘੱਟ ਕੰਮ ਕਰ ਰਿਹਾ, ਮਤਲਬ ਕਿ ਜਿਹੜੇ ਡਾਟਾ ਸੈਂਡ ਕਰ ਰਹੇ ਆ ਉਹਨਾਂ ਦੀ ਸਪੀਡ ਜ਼ਿਆਦਾ, ਜਾਂ ਫਿਰ ਉਹ ਜ਼ਿਆਦਾ ਚੈਨਲ ਸਟੇਸ਼ਨ ਹੈਗੇ ਨੇ, ਇੱਕ ਤੋਂ ਵੱਧ ਸਟੇਸ਼ਨ ਨੇ, ਤਾਂ ਉਹ ਆਪਣਾ ਡਾਟਾ ਸੈਂਡ ਕਰ ਰਹੇ ਆ। ਜਿਹੜਾ ਆਪਣਾ ਪ੍ਰੋਸੈਸਰ ਉਹ ਸਲੋ ਆ, ਉਹ ਜਾਂ ਛੇਤੀ ਡਾਟਾ ਜਿਹੜਾ ਅੱਗੇ ਟਰਾਂਸਫਰ ਨਹੀਂ ਕਰ ਸਕਦਾ, ਉਹ ਜਿਹੜਾ ਡਾਟਾ ਉਹਨਾਂ ਦੇ ਡੈਸਟੀਨੇਸ਼ਨ 'ਤੇ ਜਲਦੀ ਨਹੀਂ ਪਹੁੰਚਾ ਰਿਹਾ, ਬਹੁਤ ਸਲੋ ਕੰਮ ਕਰ ਰਿਹਾ, ਤਾਂ ਉੱਥੇ ਵੀ ਕੰਜੈਸ਼ਨ ਅਕਰ ਹੋ ਸਕਦਾ। ਥਰਡ ਇਹਦਾ ਮੇਨ ਕਾਰਨ ਹੈਗਾ ਸਲੋ ਲਿੰਕ। ਦਿਸ ਪ੍ਰੋਬਲਮ ਵਿਲ ਵੀ ਸੋਲਵਡ ਵੈਨ ਹਾਈ ਸਪੀਡ ਲਿੰਕਸ ਆਰ ਯੂਜ਼ਡ। ਇਹ ਕਹਿੰਦੇ ਸਪੀਡ ਜਿਹੜਾ ਪ੍ਰੋਬਲਮ ਹੈ ਸਲੋ ਲਿੰਕ ਦੀ, ਸਲੋ ਲਿੰਕ ਕੋਈ ਹੋ ਗਈ ਕਿ ਡਾਟਾ ਜਿਹੜੇ ਮਸ਼ੀਨਸ ਦੇ ਵਿੱਚ ਲਿੰਕਸ ਐਪਸ ਦੇ ਵਿੱਚ ਉਹ ਸਲੋ ਨੇ, ਉਹਨਾਂ ਦੇ ਵਿੱਚ ਡਾਟਾ ਜਲਦੀ ਤੋਂ ਜਲਦੀ ਟਰਾਂਸਫਰ ਨਹੀਂ ਹੋ ਰਿਹਾ। ਤਾਂ ਜਿਹੜਾ ਇਹਨਾਂ ਦਾ ਇਹਨੂੰ ਸੋਲਵ ਕਰ ਲਈ ਆਪਾਂ ਹਾਈ ਸਪੀਡ ਲਿੰਕ ਯੂਜ਼ ਕਰ ਸਕਦੇ ਹਾਂ, ਬਟ ਉੱਥੇ ਵੀ ਇਹ ਪੂਰੀ ਤਰ੍ਹਾਂ ਜਿਹੜਾ ਕੰਜੈਸ਼ਨ ਹੈ
ਮਤਲਬ ਖ਼ਤਮ ਨਹੀਂ ਹੋ ਪਾਉਂਦਾ, ਕਿਉਂਕਿ ਹੋ ਸਕਦਾ ਆਪਾਂ ਹਾਈ ਸਪੀਡ ਦਾ ਲਿੰਕ ਹੈ ਜਿਹੜੇ ਯੂਜ਼ ਕਰ ਲਈਏ ਅਤੇ ਜਿਹੜਾ ਡਾਟਾ ਉਸ ਤੋਂ ਵੀ ਜ਼ਿਆਦਾ ਹਾਈ ਸਪੀਡ ਦਾ ਆਪਣੇ ਕੋਲ ਅਵੇਲੇਬਲ ਹੋਵੇ। ਕੰਜੈਸ਼ਨ ਕੈਨ ਮੇਕ ਇਟਸੈਲਫ ਵਰਸ। ਕੰਜੈਸ਼ਨ ਕਹਿੰਦੇ ਆਪਣੀ ਜਿਹੜੀ ਨੈਟਵਰਕ ਹੈ ਉਹਨੂੰ ਬਹੁਤ ਮਤਲਬ ਡੀਗਰੇਡ ਕਰ ਦਿੰਦਾ ਜਾਂ ਬੈਡ ਤੋਂ ਵਰਸ ਕਰ ਦਿੰਦਾ, ਉਦੋਂ ਵੀ ਜ਼ਿਆਦਾ ਖ਼ਰਾਬ ਕਰ ਦਿੰਦਾ। ਇਫ ਰਾਊਟਰ ਡਜ਼ ਨੋਟ ਹੈਵ ਫਰੀ ਬਫਰ, ਜੇਕਰ ਮਤਲਬ ਰਾਊਟਰ ਕੋਲ ਕੋਈ ਟਾਈਮ ਨਾ ਹੋਵੇ, ਉਹਦੇ ਕੋਲ ਕੋਈ ਬਫਰ ਫਰੀ ਨਾ ਹੋਵੇ, ਤਾਂ ਉਹ ਕੀ ਕਰਦਾ ਕਿ ਪੈਕਟਸ ਨੂੰ ਜਾਂ ਤਾਂ ਇਗਨੋਰ ਕਰਨਾ ਸ਼ੁਰੂ ਕਰ ਦਿੰਦਾ ਜਾਂ ਡਿਸਕਾਰਡ, ਕਿ ਜਾਂ ਤਾਂ ਉਹ ਐਕਸੈਪਟ ਹੀ ਨਹੀਂ ਕਰਦਾ ਰਾਊਟਰ ਜਿਹੜਾ ਪੈਕਟ ਨੂੰ ਅੱਗੇ ਭੇਜਣ ਲਈ, ਜਾਂ ਉਹਨੂੰ ਇਗਨੋਰ ਕਰ ਦਿੰਦਾ। ਨੈਕਸਟ ਆਪਣਾ ਟੋਪਿਕ ਹੈ ਕੰਜੈਸ਼ਨ। ਜਿਹੜੇ ਆਪਣੇ ਹੈਗੇ ਨੇ 4 ਕਾਰਨ ਹੋ ਗਏ ਕੰਜੈਸ਼ਨ ਅਕਰ ਹੋਣ ਦੇ। ਪਹਿਲਾਂ ਤਾਂ ਹੈਗਾ ਕਿ ਜਦੋਂ ਇਨਪੁੱਟ ਲਾਈਨਸ ਆਪਣੇ ਕੋਲ ਜ਼ਿਆਦਾ ਬਟ ਆਊਟਪੁੱਟ ਲਾਈਨ ਆਪਣੇ ਕੋਲ ਸਿੰਗਲ ਹੈ, ਉੱਥੇ ਕੰਜੈਸ਼ਨ ਅਕਰ ਹੁੰਦਾ। ਸੈਕਿੰਡ ਇਹਦਾ ਕਾਰਨ ਸੀਗਾ ਪ੍ਰੋਸੈਸਰ ਆਪਣਾ ਸਲੋ ਹੈ। ਥਰਡ ਇਹਦਾ ਕਾਜ਼ ਕੀ ਸੀਗਾ ਕਿ ਸਲੋ ਲਿੰਕਸ ਹੈਗੇ। 4 ਹੈਗਾ ਕਿ ਕੰਜੈਸ਼ਨ ਜਿਹੜੀ ਆਪਣੀ ਕੰਡੀਸ਼ਨ ਹੈ ਉਹ ਆਪ ਹੀ ਵਰਸ ਕਰ ਦਿੰਦਾ, ਕਿਉਂਕਿ ਜਦੋਂ ਕੰਜੈਸ਼ਨ ਅਕਰ ਹੋ ਜਾਂਦਾ ਤਾਂ ਕੋਈ ਵੀ ਰਾਊਟਰ ਕੋਲ ਬਫਰ ਫਰੀ ਨਹੀਂ ਹੁੰਦਾ, ਤਾਂ ਉਹ ਪੈਕਟਸ ਨੂੰ ਜਾਂ ਤਾਂ ਇਗਨੋਰ ਜਾਂ ਫਿਰ ਡਿਸਕਾਰਡ ਕਰਨਾ ਸ਼ੁਰੂ ਕਰ ਦਿੰਦਾ। ਕੰਜੈਸ਼ਨ ਕੰਟਰੋਲ। ਕੰਜੈਸ਼ਨ ਨੂੰ ਕੰਟਰੋਲ ਕਿਵੇਂ ਕਰ ਸਕਦੇ ਹਾਂ, ਮਤਲਬ ਆਪਾਂ ਦੇਖੋ ਕੰਜੈਸ਼ਨ ਨੂੰ ਕੰਟਰੋਲ ਕਰਨ ਦਾ ਜਿਹੜਾ ਮਕੈਨਿਜ਼ਮ ਬਣਾਇਆ ਹੋਇਆ ਉਹਨੂੰ 2 ਪਾਰਟ ਦੇ ਵਿੱਚ ਡਿਵਾਈਡ ਕੀਤਾ ਹੋਇਆ, ਓਪਨ ਲੂਪ ਐਂਡ ਕਲੋਜ਼ਡ ਲੂਪ। ਓਪਨ ਲੂਪ ਦੇ ਵਿੱਚ ਹੈਗੇ ਨੇ 5 ਪਾਰਟ। ਇਹਦੇ ਵਿੱਚ ਹੈਗਾ ਰੀਟਰਾਂਸਮਿਸ਼ਨ ਪੋਲਿਸੀ, ਵਿੰਡੋ ਪੋਲਿਸੀ, ਅਕਨੋਲੇਜਮੈਂਟ ਪੋਲਿਸੀ, ਡਿਸਕਾਰਡਿੰਗ ਪੋਲਿਸੀ ਅਤੇ ਐਡਮਿਸ਼ਨ ਪੋਲਿਸੀ। ਕਲੋਜ਼ਡ ਲੂਪ ਦੇ ਵਿੱਚ ਹੈ ਬੈਕ ਪ੍ਰੈਸ਼ਰ, ਚੋਕ ਪੈਕੇਟ, ਇੰਪਲੀਸਿਟ ਸਿਗਨਲਿੰਗ ਐਂਡ ਐਕਸਪਲੀਸਿਟ ਸਿਗਨਲਿੰਗ। ਪਹਿਲਾਂ ਆਪਾਂ ਪੜ੍ਹਾਂਗੇ ਓਪਨ ਲੂਪ। ਓਪਨ ਲੂਪ ਕੰਜੈਸ਼ਨ ਕੰਟਰੋਲ ਦੇ ਵਿੱਚ ਕੀ ਹੁੰਦਾ ਕਿ ਕੰਜੈਸ਼ਨ ਅਕਰ ਹੋਣ ਤੋਂ ਪਹਿਲਾਂ ਹੀ, ਕਿ ਆਪਣੇ ਨੈਟਵਰਕ ਦੇ ਵਿੱਚ ਹਜੇ ਕੰਜੈਸ਼ਨ ਅਕਰ ਨਹੀਂ ਹੋਇਆ, ਉਹ ਤੋਂ ਪਹਿਲਾਂ ਹੀ ਆਪਾਂ ਕੀ ਕਰ ਸਕਦੇ ਜਿਹਦੇ ਨਾਲ ਜਿਹੜਾ ਆਪਣਾ ਕੰਜੈਸ਼ਨ ਕੰਟਰੋਲ ਹੋਵੇ, ਕਿ ਕੰਜੈਸ਼ਨ ਅਕਰ ਹੋਵੇ ਹੀ ਨਾ। ਕਲੋਜ਼ਡ ਲੂਪ ਦੇ ਵਿੱਚ ਆਪਾਂ ਪੜ੍ਹਾਂਗੇ ਕਿ ਜਦੋਂ ਕੰਜੈਸ਼ਨ ਅਕਰ ਹੋ ਗਿਆ, ਆਪਣੇ ਨੈਟਵਰਕ ਦੇ ਵਿੱਚ ਕੰਜੈਸ਼ਨ ਅਕਰ ਹੋ ਗਿਆ, ਉਦੋਂ ਆਪਾਂ ਉਹਨੂੰ ਸੋਲਵ ਕਰਨ ਲਈ ਕੀ ਕਰ ਸਕਦੇ ਹਾਂ। ਪਹਿਲਾਂ ਓਪਨ ਲੂਪ, ਕਿ ਕੰਜੈਸ਼ਨ ਅਕਰ ਹੋਵੇ ਹੀ ਨਾ, ਤਾਂ ਕੁਛ ਕੁ ਸਟੈਪ ਜਾਂ ਤਾਂ ਸੋਰਸ ਵੱਲੋਂ ਜਾਂ ਡੈਸਟੀਨੇਸ਼ਨ ਵੱਲੋਂ ਕੀ ਇਹੋ ਜਿਹੀਆਂ ਚੀਜ਼ਾਂ ਕੀਤੀਆਂ ਜਾ ਸਕਦੀਆਂ ਜਿਹਦੇ ਨਾਲ ਜਿਹੜਾ ਆਪਾਂ ਕੰਜੈਸ਼ਨ ਅਕਰ ਹੋਣ ਹੀ ਨਾ ਦੇਈਏ, ਉਹ 'ਤੇ ਪੂਰੀ ਤਰ੍ਹਾਂ ਕੰਟਰੋਲ ਕਰ ਸਕੀਏ। ਰੀਟਰਾਂਸਮਿਸ਼ਨ ਪੋਲਿਸੀ। The sender retransmit a packet if it feels the packet it has been sent is lost or corrupted। ਪਹਿਲਾਂ ਤਾਂ ਇਹ ਹੈ ਕਿ ਜਦੋਂ ਸੈਂਡਰ ਨੂੰ ਫੀਲ ਹੋਵੇ ਕਿ ਜਿਹੜਾ ਉਹਨੇ ਡਾਟਾ ਭੇਜਿਆ ਸੀਗਾ, ਜਿਹੜਾ ਉਹਨੇ ਕੋਈ ਪੈਕਟ ਭੇਜਿਆ ਸੀ, ਉਹ ਰਿਸੀਵਰ ਕੋਲ ਨਹੀਂ ਪਹੁੰਚਿਆ, ਕਿਉਂਕਿ ਰਿਸੀਵਰ ਨੇ ਕੋਈ ਐਕਨੋਲੇਜਮੈਂਟ ਨਹੀਂ ਭੇਜੀ, ਫੀਡਬੈਕ ਨਹੀਂ ਭੇਜੀ, ਤਾਂ ਉਹਨੂੰ ਹੋ ਸਕਦਾ ਸੈਂਡਰ ਨੂੰ ਜਦੋਂ ਲੱਗੇ ਕਿ ਜਿਹੜਾ ਡਾਟਾ ਉਹਨੇ ਭੇਜਿਆ ਸੀ ਜਾਂ ਤਾਂ ਉਹ ਲੋਸਟ ਹੋ ਗਿਆ ਜਾਂ ਕਰਪਟ ਹੋ ਗਿਆ, ਤਾਂ ਫਿਰ ਉਹ ਜਿਹੜਾ ਉਹਨੂੰ ਦੁਬਾਰੇ ਭੇਜੇਗਾ। ਤਾਂ ਫਿਰ ਇਹਦੇ ਨਾਲ ਦੇਖੋ ਇਹ ਨਹੀਂ ਗਾ ਕਿ ਉਹ ਥੋੜ੍ਹਾ ਟਾਈਮ ਵੇਟ ਕਰਕੇ ਹੀ ਭੇਜੂਗਾ, ਕੋਈ ਉਹਨਾਂ ਦਾ ਟਾਈਮਰ ਸੈੱਟ ਕੀਤਾ ਹੋਊਗੀ, ਇੰਨੇ ਟਾਈਮ ਦੇ ਵਿੱਚ ਜੇਕਰ ਉਹਨੂੰ ਲੱਗਦਾ ਵੀ ਡਾਟਾ ਰਿਸੀਵ ਨਹੀਂ ਹੋਇਆ ਡੈਸਟੀਨੇਸ਼ਨ ਵੱਲੋਂ ਜਾਂ ਰਿਸੀਵਰ ਵੱਲੋਂ, ਤਾਂ ਡਾਟਾ ਜਿਹੜਾ ਸੈਂਡ ਕਰੂਗਾ। ਅਤੇ ਜਿਹੜੀ ਰੀਟਰਾਂਸਮਿਸ਼ਨ ਪੋਲਿਸੀ ਇੱਕ ਚੰਗੇ ਤਰੀਕੇ ਦੀ ਇੰਪਲੀਮੈਂਟ ਕਰਨੀ ਚਾਹੀਦੀ ਹੈ। ਨੈਕਸਟ ਹੈ ਵਿੰਡੋ ਪੋਲਿਸੀ। ਟੂ ਇੰਪਲੀਮੈਂਟ ਵਿੰਡੋ ਪੋਲਿਸੀ ਸਿਲੈਕਟਿਵ ਰਿਜੈਕਟ ਵਿੰਡੋ ਮੈਥਡ ਇਜ਼ ਯੂਜ਼ਡ ਫॉर। ਕਿ ਇਹ ਵਿੰਡੋ ਪੋਲਿਸੀ ਨੂੰ ਕ੍ਰੀਏਟ ਕਰਨ ਲਈ ਆਪਾਂ ਸਿਲੈਕਟਿਵ ਰਿਜੈਕਟ ਵਿੰਡੋ ਮੈਥਡ ਯੂਜ਼ ਕਰ ਸਕਦੇ ਹਾਂ। ਇਹਦੇ ਵਿੱਚ ਕੀ ਹੋਊਗਾ ਕਿ ਜਦੋਂ ਉਹਨਾਂ ਦਾ ਟਾਈਮਰ ਸੈੱਟ ਕੀਤਾ ਹੋਊਗਾ ਇਸ ਪੈਕਟ ਦਾ, ਕਿ ਇਸ ਪੈਕਟ ਨੂੰ ਇੰਨਾ ਟਾਈਮ ਅਸੀਂ ਵੇਟ ਕਰਾਂਗੇ, ਜੇ ਤਾਂ ਰਿਸੀਵਰ ਤੱਕ ਇੰਨੇ ਟਾਈਮ ਦੇ ਵਿੱਚ ਪਹੁੰਚਣਾ ਚਾਹੀਦਾ, ਤਾਂ ਜਦੋਂ ਉਹਦਾ ਟਾਈਮ ਹੈ ਜਿਹੜਾ ਆਊਟ ਹੋ ਗਿਆ, ਤਾਂ ਜਿਹੜੇ ਬਾਕੀ ਸੈਵਰਲ ਪੈਕਟ ਰੀਸੈਂਡ ਕੀਤੇ ਹੋਣਗੇ ਉਹਨਾਂ ਦੇ ਵਿੱਚੋਂ ਇੱਕ ਪੈਕਟ ਨੂੰ ਸੇਫਲੀ ਰਿਸੀਵਰ ਤੱਕ ਪਹੁੰਚਾਇਆ ਜਾਵੇਗਾ। ਅਕਨੋਲੇਜਮੈਂਟ ਪੋਲਿਸੀ, ਤਾਂ ਇਹ ਹੈਗਾ ਜਿਹੜਾ ਡੈਸਟੀਨੇਸ਼ਨ ਵੱਲੋਂ ਕੀਤਾ ਜਾਣਾ ਚਾਹੀਦਾ, ਕਿ ਜਦੋਂ ਹੀ ਉਹਨੂੰ ਕੋਈ ਰਿਸੀਵਰ ਪੈਕਟ ਮਤਲਬ ਰਿਸੀਵਰ ਜਿਹੜਾ ਰਿਸੀਵ ਕਰਦਾ ਕੋਈ ਪੈਕਟ, ਤਾਂ ਉਹਨੂੰ ਸੈਂਡਰ ਨੂੰ ਅਕਨੋਲੇਜਮੈਂਟ ਭੇਜਣੀ ਚਾਹੀਦੀ, ਫੀਡਬੈਕ ਭੇਜਣੀ ਚਾਹੀਦੀ ਹੈ ਕਿ ਹਾਂ ਕਿ ਜਿਹੜਾ ਤੁਹਾਡਾ ਡੇਟਾ ਭੇਜਿਆ ਗਿਆ ਸੀਗਾ ਉਹ ਮੇਰੇ ਵੱਲੋਂ ਰਿਸੀਵ ਹੋ ਚੁੱਕਾ ਅਤੇ ਸੇਫਲੀ ਰਿਸੀਵ ਹੋ ਗਿਆ। ਜੇਕਰ ਉਹਨੂੰ ਟਾਈਮਰ ਉਹਦਾ ਜਿਹੜਾ ਟਾਈਮਰ ਸੈੱਟ ਕੀਤਾ ਹੋਇਆ ਉਹ ਟਾਈਮ ਲੰਘ ਗਿਆ, ਤਾਂ ਵੀ ਜਿਹੜੀ ਡੈਸਟੀਨੇਸ਼ਨ ਵੱਲੋਂ ਹੈ ਫੀਡਬੈਕ ਵਾਪਸ ਭੇਜਣੀ ਚਾਹੀਦੀ ਸੈਂਡਰ ਨੂੰ ਕਿ ਮੇਰੇ ਕੋਲ ਕੋਈ ਵੀ ਡੇਟਾ ਜਾਂ ਕੋਈ ਵੀ ਪੈਕਟ ਹੈ ਨਹੀਂ ਪਹੁੰਚਿਆ, ਤਾਂ ਤੁਸੀਂ ਜਿਹੜਾ ਪੈਕਟ ਹੈ ਰੀਸੈਂਡ ਕਰ ਦਿਓ। ਨੈਕਸਟ ਆ ਗਿਆ ਡਿਸਕਾਰਡ ਪੋਲਿਸੀ। ਆ ਰਾਊਟਰ ਮੇ ਡਿਸਕਾਰਡ ਲੈਸ ਸੈਂਸਿਟਿਵ ਪੈਕਟ ਵੈਨ ਕੰਜੈਸ਼ਨ ਇਜ਼ ਲਾਈਕਲੀ ਹੈਪਨ। ਜਿਹੜੇ ਲੈਸ ਸੈਂਸਿਟਿਵ ਹੁੰਦੇ ਨੇ ਪੈਕਟ,
ਜਿਹੜੇ ਲੱਗਦਾ ਕਿ ਇਹਨਾਂ ਦੇ ਜਿਹੜੇ ਸੇਫਲੀ ਆਪਣੀ ਡੈਸਟੀਨੇਸ਼ਨ 'ਤੇ ਨਹੀਂ ਪਹੁੰਚ ਸਕਦੇ ਤਾਂ ਰਾਊਟਰ ਉਹਨਾਂ ਨੂੰ ਡਿਸਕਾਰਡ ਕਰ ਸਕਦਾ, ਕਿ ਰਾਊਟਰ ਉਹਨਾਂ ਨੂੰ ਸੈਂਡ ਕਰਨ ਤੋਂ ਪਹਿਲਾਂ ਹੀ ਜਿਹੜਾ ਸੈਂਡਰ ਨੂੰ ਕਹਿ ਸਕਦਾ ਕਿ ਜਿਹੜਾ ਤੁਹਾਡਾ ਹੈਗਾ ਪੈਕੇਟ ਇਹ ਬਹੁਤ ਸੈਂਸਿਟਿਵ ਹੈ, ਤਾਂ ਹੋ ਸਕਦਾ ਇਹ ਲੋਸਟ ਹੋ ਜਾਏ। ਤਾਂ ਇਹਨੂੰ ਭੇਜਣ ਦੇ ਲਈ ਜਾਂ ਤਾਂ ਕੋਈ ਪੈਕੇਟ ਅੱਛਾ ਹੋਣਾ ਚਾਹੀਦਾ, ਮਤਲਬ ਉਹਦੇ ਵਿੱਚ ਡੇਟਾ ਇਸ ਤਰੀਕੇ ਦਾ ਹੋਣਾ ਚਾਹੀਦਾ ਕਿ ਜਿਹਨੂੰ ਲੋਸਟ ਹੋਣ ਦਾ ਕੋਈ ਚਾਂਸ ਨਾ ਹੋਵੇ। ਨੈਕਸਟ ਆਪਣਾ ਆ ਗਿਆ ਲਾਸਟ ਵਨ, ਐਡਮਿਸ਼ਨ ਪੋਲਿਸੀ। ਐਨ ਐਡਮਿਸ਼ਨ ਪੋਲਿਸੀ ਵਿਚ ਇਜ਼ ਕੁਆਲਿਟੀ ਆਫ ਸਰਵਿਸ ਮੈਕੈਨਿਜ਼ਮ ਕੈਨ ਆਲਸੋ ਪ੍ਰੀਵੈਂਟ ਕੰਜੈਸ਼ਨ ਇਜ਼ ਵਰਚੁਅਲ ਸਰਕਟ ਨੈਟਵਰਕ। Switches in a flow first check the resource recruitment of a flow before the admitting it to network। ਇਹਦੇ ਵਿੱਚ ਕੀ ਹੋਣਾ ਚਾਹੀਦਾ ਕਿ ਕੋਈ ਵੀ ਜਿਹੜਾ ਡਾਟਾ ਨੈਟਵਰਕ 'ਤੇ ਸੈਂਡ ਕਰਨ ਤੋਂ ਪਹਿਲਾਂ ਮਤਲਬ ਉਹਨਾਂ ਨੂੰ ਆਪਣਾ ਫਲੋ ਚੈੱਕ ਕਰਨਾ ਚਾਹੀਦਾ ਕਿ ਕਿਸ ਫਲੋ ਦੇ ਵਿੱਚ ਜਿਹੜਾ ਡਾਟਾ ਸੈਂਡ ਕਰਨਾ, ਇਹ ਨਾ ਹੋਵੇ ਕਿ ਡਾਟਾ ਆਪਾਂ ਜਲਦੀ ਪੈਕੇਟ ਆਪਾਂ ਜਿਹੜੇ ਸੈਂਡ ਕਰ ਰਹੇ ਹਾਂ ਅਤੇ ਅੱਗੇ ਰਾਊਟਰ ਜਿਹੜਾ ਉਹਨੂੰ ਡੈਸਟੀਨੇਸ਼ਨ 'ਤੇ ਪਹੁੰਚਾਉਣ ਲਈ ਟਾਈਮ ਲੱਗ ਰਿਹਾ, ਤਾਂ ਉਹਦੇ ਵਿੱਚ ਕੀ ਹੁੰਦਾ ਕਿ ਆਪਣਾ ਕੰਜੈਸ਼ਨ ਅਕਰ ਹੋ ਜਾਂਦਾ ਕਿ ਆਪਾਂ ਤਾਂ ਜਲਦ ਤੋਂ ਜਲਦ ਡਾਟਾ ਸੈਂਡ ਕਰ ਰਹੇ ਹਾਂ ਬਟ ਰਾਊਟਰ ਕੋਲ ਜਿਹੜਾ ਡਾਟਾ ਇਕੱਠਾ ਜਾ ਕੇ ਇਕੱਠਾ ਹੋ ਰਿਹਾ, ਤਾਂ ਉੱਥੇ ਵੀ ਕੰਜੈਸ਼ਨ ਅਕਰ ਹੋ ਸਕਦਾ, ਇਸ ਪ੍ਰੋਬਲਮ ਆ ਸਕਦੀ ਹੈ। ਨੈਕਸਟ ਆਪਣਾ ਹੈ ਕਲੋਜ਼ਡ ਲੂਪ ਕੰਜੈਸ਼ਨ ਕੰਟਰੋਲ। ਇਹਦੇ ਵਿੱਚ ਕੀ ਹੋਊਗਾ ਕਿ ਜਦੋਂ ਆਪਣੇ ਚੈਨਲ ਦੇ ਵਿੱਚ ਚੈਨਲ ਦੇ ਵਿੱਚ ਕੰਜੈਸ਼ਨ ਅਕਰ ਹੋ ਗਿਆ ਕਿ ਕੰਜੈਸ਼ਨ ਕ੍ਰੀਏਟ ਹੋ ਚੁੱਕਾ, ਉਦੋਂ ਆਪਾਂ ਉਹਨੂੰ ਰਿਮੂਵ ਕਰਨ ਲਈ ਕੀ ਕਰ ਸਕਦੇ ਹਾਂ। ਬੈਕ ਪ੍ਰੈਸ਼ਰਿੰਗ। ਬੈਕ ਪ੍ਰੈਸ਼ਰਿੰਗ ਕੀ ਹੁੰਦਾ ਕਿ ਬੈਕ ਪ੍ਰੈਸ਼ਰਿੰਗ ਇਜ਼ ਨੋਡ ਟੂ ਨੋਡ ਕੰਜੈਸ਼ਨ ਕੰਟਰੋਲ ਦੈਟ ਸਟਾਰਟ ਅ ਨੋਡ ਦੈਟ ਪ੍ਰੋਪਗੇਟਸ ਆਪੋਜ਼ਿਟ ਡਾਇਰੈਕਸ਼ਨ ਡੇਟਾ ਫਲੋ ਸੋਰਸ ਟੂ ਡੈਸਟੀਨੇਸ਼ਨ। ਸੋਰਸ ਤੋਂ ਦੇਖੋ ਡਾਇਗਰਾਮ ਦੇ ਵਿੱਚ ਸ਼ੋ ਰਿਹਾ, ਸੋਰਸ ਤੋਂ ਡੈਸਟੀਨੇਸ਼ਨ ਵੱਲ ਡਾਟਾ ਜਾ ਰਿਹਾ ਸੀ। ਜਿਹੜਾ ਆਪਣਾ ਥਰਡ ਸਟੇਸ਼ਨ ਹੈ, ਇਹ ਸਾਰੇ ਆਪਣੇ ਸਟੇਸ਼ਨ ਹੈ 1 2 3 4 ਅਤੇ 2 ਆਪਣੇ ਸਟੇਸ਼ਨ ਹੈ ਸੋਰਸ ਅਤੇ ਡੈਸਟੀਨੇਸ਼ਨ। ਥਰਡ ਸਟੇਸ਼ਨ 'ਤੇ ਜਾ ਕੇ ਕੰਜੈਸ਼ਨ ਆਪਣਾ ਅਕਰ ਹੋ ਗਿਆ ਕਿ ਉੱਥੇ ਜਾ ਕੇ ਜਿਹੜਾ ਡਾਟਾ ਅੱਗੇ ਨਹੀਂ ਜਾ ਸਕਦਾ, ਅੱਗੇ ਕੋਈ ਮੰਨ ਲਓ ਪ੍ਰੋਬਲਮ ਆ ਰਹੀ ਹੈ, ਤਾਂ ਜਿਹੜਾ ਥਰਡ ਸਟੇਸ਼ਨ ਹੈ ਆਪਣਾ ਉਹ ਸੈਕਿੰਡ ਕੋਲ ਡਾਟਾ ਵਾਪਸ ਭੇਜੇਗਾ। ਫਲੋ ਕੀ ਸੀ ਡਾਟੇ ਦਾ, ਅਪਸਟਰੀਮ ਤੋਂ ਡਾਊਨਸਟਰੀਮ, ਕਿ ਸੋਰਸ ਤੋਂ ਡੈਸਟੀਨੇਸ਼ਨ ਵੱਲ ਜਾ ਰਿਹਾ ਸੀ, ਅਪਸਟਰੀਮ ਤੋਂ ਡਾਊਨਸਟਰੀਮ ਜਾ ਰਿਹਾ ਸੀ, ਬਟ ਜਦੋਂ ਕੰਜੈਸ਼ਨ ਅਕਰ ਹੋ ਗਿਆ ਤਾਂ ਫਲੋ ਉਲਟ ਹੋ ਜਾਊਗਾ ਡਾਊਨਸਟਰੀਮ ਟੂ ਅਪਸਟਰੀਮ। ਥਰਡ ਸਟੇਸ਼ਨ ਹੈ ਸੈਕਿੰਡ ਸਟੇਸ਼ਨ ਨੂੰ ਡਾਟਾ ਜਿਹੜਾ ਪੈਕੇਟ ਆ ਵਾਪਸ ਸੈਂਡ ਕਰੇਗਾ ਅਤੇ ਨਾਲ ਮੈਸੇਜ ਲਗਾਏਗਾ ਕਿ ਇਹ ਕੰਜੈਸ਼ਨ ਕ੍ਰੀਏਟ ਹੋ ਗਿਆ, ਡਾਟਾ ਅੱਗੇ ਨਹੀਂ ਜਾ ਸਕਦਾ। ਸੈਕਿੰਡ ਸਟੇਸ਼ਨ ਹੈ ਜਿਹੜਾ ਪੈਕੇਟ ਫਸਟ ਸਟੇਸ਼ਨ ਨੂੰ ਸੈਂਡ ਕਰੇਗਾ ਅਤੇ ਨਾਲ ਮੈਸੇਜ ਉਹੀ ਦੇਗਾ ਥਰਡ ਸਟੇਸ਼ਨ ਵੱਲੋਂ ਆਇਆ ਹੋਇਆ ਕਿ ਜਿਹੜਾ ਡਾਟਾ ਅੱਗੇ ਨਹੀਂ ਜਾ ਸਕਦਾ, ਥਰਡ ਸਟੇਸ਼ਨ 'ਤੇ ਜਾ ਕੇ ਕੰਜੈਸ਼ਨ ਹੈ ਜਿਹੜਾ ਕ੍ਰੀਏਟ ਹੋਇਆ। ਅਤੇ ਜਿਹੜਾ ਫਸਟ ਸਟੇਸ਼ਨ ਆ ਉਹ ਸੋਰਸ ਕੋਲ ਡਾਟਾ ਵਾਪਸ ਸੈਂਡ ਕਰ ਦੇਗਾ ਅਤੇ ਉਹਨੂੰ ਮੈਸੇਜ ਉਹੀ ਲਗਾਏਗਾ ਕਿ ਡੇਟਾ ਜਿਹੜਾ ਹੈਗਾ ਅੱਗੇ ਨਹੀਂ ਜਾ ਸਕਦਾ, ਆਪਣੇ ਨੈਟਵਰਕ ਦੇ ਵਿੱਚ ਕੋਈ ਪ੍ਰੋਬਲਮ ਹੈ, ਕੰਜੈਸ਼ਨ ਅਕਰ ਹੋਇਆ ਹੋਇਆ। ਇਹਦੇ ਵਿੱਚ ਇਹ ਸੀ ਸੈਕਿੰਡ ਆਪਣਾ ਇਹਦੇ ਵਿੱਚ ਹੈ ਕੰਟਰੋਲ ਕਰਨ ਦਾ ਮੈਥਡ ਚੋਕ ਪੈਕੇਟ। ਚੋਕ ਪੈਕੇਟ ਦੇ ਵਿੱਚ ਕੀ ਹੁੰਦਾ, ਉਹਦੇ ਵਿੱਚ ਤਾਂ ਹੁੰਦਾ ਕਿ ਜਿਹੜੇ ਸਟੇਸ਼ਨ ਤੋਂ ਡਾਟਾ ਆ ਰਿਹਾ ਉਸ ਸਟੇਸ਼ਨ ਦੇ ਵਿੱਚ ਜਿਵੇਂ ਸੋਰਸ ਤੋਂ ਇਹਦੇ ਵਿੱਚ ਸੋਰਸ ਤੋਂ 1 ਸਟੇਸ਼ਨ 'ਤੇ ਆ ਰਿਹਾ ਸੀ, ਫਿਰ 2 'ਤੇ ਫਿਰ 3 'ਤੇ ਫਿਰ 3 ਨੇ 2 ਨੂੰ ਕਿਹਾ, 2 ਨੇ ਵਾਪਸ ਸੈਂਡ 1 ਨੂੰ ਕੀਤਾ, 1 ਨੇ ਸੋਰਸ ਨੂੰ ਕੀਤਾ। ਇਹਦੇ ਵਿੱਚ ਕੀ ਹੋਊਗਾ ਕਿ ਸੋਰਸ ਤੋਂ ਮੰਨ ਲਓ 1 'ਤੇ ਡਾਟਾ ਆਇਆ, 1 ਤੋਂ 2 'ਤੇ ਆਇਆ, 2 ਤੋਂ 3 ਸਟੇਸ਼ਨ 'ਤੇ ਆਇਆ, 3 ਸਟੇਸ਼ਨ 'ਤੇ ਕੰਜੈਸ਼ਨ ਅਕਰ ਹੋ ਗਿਆ, ਤਾਂ ਇਹ ਇੱਕ ਚੋਕ ਪੈਕੇਟ ਭੇਜੇਗਾ ਵਾਪਸ ਸੋਰਸ ਨੂੰ, ਜਿਹਦੇ ਵਿੱਚ ਇਹ ਪੂਰਾ ਇਨਫੋਰਮੇਸ਼ਨ ਦੇਵੇਗਾ ਕਿ ਜਿਹੜਾ ਡਾਟਾ ਸੈਂਡ ਨਾ ਕੀਤਾ ਜਾਵੇ, ਕੰਜੈਸ਼ਨ ਕ੍ਰੀਏਟ ਹੋ ਚੁੱਕੀ, ਅਕਰ ਹੋ ਚੁੱਕਿਆ ਕੰਜੈਸ਼ਨ, ਡੇਟਾ ਅੱਗੇ ਨਹੀਂ ਜਾ ਸਕਦਾ, ਇਹਦੇ ਵਿੱਚ ਕੀ ਹੈ ਪ੍ਰੋਬਲਮ ਆ ਰਹੀ ਹੈ। ਤਾਂ ਮਤਲਬ 1 ਸਟੇਸ਼ਨ ਅਤੇ 2 ਸਟੇਸ਼ਨ ਨੂੰ ਇਨਵੋਲਵ ਕੀਤੇ ਬਗੈਰ ਡਾਇਰੈਕਟ ਸੋਰਸ ਨਾਲ ਕਨੈਕਟ ਕਰੇਗਾ, ਚੋਕ ਪੈਕੇਟ ਦੇ ਥਰੂ ਨੂੰ ਇੱਕ ਪੈਕੇਟ ਭੇਜੇਗਾ ਇਨਫੋਰਮੇਸ਼ਨ ਦੇਣ ਲਈ ਕੰਜੈਸ਼ਨ ਬਾਰੇ, ਅਤੇ ਉਸ ਪੈਕੇਟ ਨੂੰ ਕੀ ਕਹਿੰਦੇ ਆ ਚੋਕ ਪੈਕੇਟ। implicit signaling. In implicit signaling there is no communication between the congestion node and the source, ਕਿ ਜਿਹੜਾ ਕੰਜੈਸ਼ਨ ਅਤੇ ਸੋਰਸ ਦੇ ਵਿੱਚ ਕੋਈ ਵੀ ਕਮਿਊਨੀਕੇਸ਼ਨ ਨਹੀਂ ਹੁੰਦਾ। ਜਿਵੇਂ ਹੁਣ ਚੋਕ ਪੈਕੇਟ ਦੇ ਵਿੱਚ ਕੰਜੈਸ਼ਨ ਸਟੇਸ਼ਨ ਸੀਗਾ ਆਪਣਾ ਥਰਡ ਅਤੇ ਸੋਰਸ ਸੀਗਾ, ਉਹਦੇ ਵਿੱਚ ਕਮਿਊਨੀਕੇਸ਼ਨ ਹੋ ਰਿਹਾ ਕਿ ਉਹ ਚੋਕ ਪੈਕੇਟ ਭੇਜ ਕੇ ਜਿਹੜਾ ਉਹਨੂੰ ਦੱਸ ਰਿਹਾ ਕਿ ਇੱਥੇ ਕੰਜੈਸ਼ਨ ਅਕਰ ਹੋ ਗਿਆ, ਪਰ ਇੰਪਲੀਸਿਟ ਦੇ ਵਿੱਚ ਕੋਈ ਵੀ ਉਹਨਾਂ ਦੇ ਵਿੱਚ ਮਤਲਬ ਕਮਿਊਨੀਕੇਸ਼ਨ ਦਾ ਕੋਈ ਵੀ ਕਮਿਊਨੀਕੇਸ਼ਨ ਨਹੀਂ ਹੁੰਦਾ ਆਪਸ ਵਿੱਚ। ਦ ਸੋਰਸ ਗੈਸਿਸ ਦੈਟ ਦੇਰ ਇਜ਼ ਕੰਜੈਸ਼ਨ ਸਮਵੇਅਰ, ਤਾਂ ਜਿਹੜਾ ਸੋਰਸ ਹੈ ਉਹ ਸਿਰਫ ਗੈਸ ਹੀ ਲਾ ਸਕਦਾ ਕਿ ਜਦੋਂ ਉਹਨੂੰ ਅਕਨੋਲੇਜਮੈਂਟ ਨਹੀਂ ਆਈ ਡੈਸਟੀਨੇਸ਼ਨ ਤੋਂ, ਡੈਸਟੀਨੇਸ਼ਨ ਨੇ ਕੋਈ ਅਕਨੋਲੇਜਮੈਂਟ ਨਹੀਂ ਵਾਪਸ ਕੀਤੀ, ਤਾਂ ਉਹ ਸਿਰਫ ਗੈਸ ਲਾਉਂਦਾ ਕਿ ਡਾਟਾ ਜਿਹੜਾ ਲੋਸ ਹੋ ਗਿਆ ਅਤੇ ਉਹਨੂੰ ਰੀਸੈਂਡ ਕਰ ਦਿੰਦਾ।
ਮਤਲਬ ਜਿਹੜੇ ਸਟੇਸ਼ਨ 'ਤੇ ਡਾਟਾ ਕੰਜੈਸ਼ਨ ਅਕਰ ਹੋਇਆ, ਜਿਹੜੇ ਸਟੇਸ਼ਨ ਮੰਨ ਲਓ ਥਰਡ ਸਟੇਸ਼ਨ ਦੇ ਵਿੱਚ ਵੀ ਆਪਣਾ ਕੰਜੈਸ਼ਨ ਅਕਰ ਹੋਇਆ ਸੀ, ਤਾਂ ਇਹ ਕੋਈ ਵੀ ਉਹਨਾਂ ਨੂੰ ਨਾ ਤਾਂ ਇਹ ਟੂ ਸਟੇਸ਼ਨ ਨੂੰ ਨਾ ਹੀ ਸੋਰਸ ਸਟੇਸ਼ਨ ਨੂੰ ਹੈ ਜਿਹੜਾ ਅਕਨੋਲਜਮੈਂਟ ਸੈਂਡ ਕਰੇਗਾ ਕੰਜੈਸ਼ਨ ਅਕਰ ਹੋ ਗਿਆ, ਬਸ ਪੈਕਟ ਨੂੰ ਡਿਸਟਰੋਏ ਕਰ ਦੇਗਾ ਜਾਂ ਡਿਸਕਾਰਡ ਕਰ ਦੇਗਾ। ਤਾਂ ਫਿਰ ਜਿਹੜਾ ਸੋਰਸ ਆ ਉਹ ਗੈਸ ਲਾਏਗਾ ਕਿ ਡੈਸਟੀਨੇਸ਼ਨ ਵੱਲੋਂ ਕੋਈ ਵੀ ਹੈ ਜਿਹੜਾ ਮੈਨੂੰ ਮਤਲਬ ਕੋਈ ਦੱਸਿਆ ਨਹੀਂ ਕਿ ਅਕਨੋਲਜਮੈਂਟ ਨਹੀਂ ਆਈ, ਫੀਡਬੈਕ ਨਹੀਂ ਆਈ, ਤਾਂ ਉਹ ਗੈਸ ਕਰ ਲਏਗਾ ਕਿ ਡਾਟਾ ਲੋਸ ਹੋ ਗਿਆ ਜਾਂ ਕੰਜੈਸ਼ਨ ਅਕਰ ਹੋ ਗਿਆ, ਤਾਂ ਡਾਟਾ ਜਿਹੜਾ ਰੀਸੈਂਡ ਕਰ ਦੇਗਾ ਕੁਛ ਕੁ ਟਾਈਮ ਬਾਅਦ। ਐਕਸਪਲੀਸਿਟ ਸਿਗਨਲਿੰਗ ਦੇ ਵਿੱਚ ਕੀ ਹੁੰਦਾ, ਇਨ ਦਿਸ ਮੈਥਡ ਦਾ ਕੰਜੈਸ਼ਨ ਨੋਡ ਪੋਲਿਸੀ ਐਕਸੈਪਟਲੀ ਸੈਂਡ ਅ ਸਿਗਨਲ ਟੂ ਦਾ ਸੋਰਸ ਡੈਸਟੀਨੇਸ਼ਨ ਟੂ ਇਨਫੋਰਮ। ਤਾਂ ਇਹਦੇ ਵਿੱਚ ਹੈਗਾ ਕਿ ਡਾਟਾ ਆਪਾਂ ਇਨਫੋਰਮੇਸ਼ਨ ਦਿੰਦੇ ਹਾਂ ਸੋਰਸ ਜਾਂ ਡੈਸਟੀਨੇਸ਼ਨ ਨੂੰ, ਦੋਨਾਂ 'ਚੋਂ ਇੱਕ ਨੂੰ ਆਪਾਂ ਸਿਗਨਲ ਦਿੰਦੇ ਹਾਂ, ਉਹਨਾਂ ਨੂੰ ਕੋਈ ਮੈਸੇਜ ਭੇਜਦੇ ਹਾਂ ਕਿ ਜਿਹੜਾ ਡਾਟਾ ਦੇ ਵਿੱਚ ਆਪਣੇ ਚੈਨਲ ਦੇ ਵਿੱਚ ਕੰਜੈਸ਼ਨ ਅਕਰ ਹੋ ਚੁੱਕਾ। ਐਕਸਪਲੀਸਿਟ ਸਿਗਨਲਿੰਗ ਇਜ਼ ਡਿਫਰੈਂਟ ਫਰੋਮ ਚੋਕ ਪੈਕਟ ਮੈਥਡ। ਚੋਕ ਪੈਕਟ ਤੋਂ ਅਲੱਗ ਹੁੰਦੀ ਹੈ ਕਿਉਂਕਿ ਚੋਕ ਪੈਕਟ ਦੇ ਵਿੱਚ ਆਪਾਂ ਅਲੱਗ ਤੋਂ ਇੱਕ ਸੈਪਰੇਟ ਪੈਕਟ ਸੈਂਡ ਕਰਦੇ ਹਾਂ, ਜਿਹਦੇ ਵਿੱਚ ਦੱਸਿਆ ਹੁੰਦਾ ਕਿ ਇਹਦੇ ਵਿੱਚ ਜਿਹੜਾ ਹੈਗਾ ਉਹ ਕੰਜੈਸ਼ਨ ਕ੍ਰੀਏਟ ਹੋ ਚੁੱਕਾ, ਬਟ ਯੂਜ਼ ਫॉर द purpose including the packet data carrying. Explicit signaling can occurring in either forward direction or backward. ਅਤੇ ਇੱਕ ਚੋਕ ਪੈਕਟ ਦੇ ਵਿੱਚ ਇਹ ਸੀ ਕਿ ਚੋਕ ਪੈਕਟ ਹੈ ਜਿਹੜਾ ਸੋਰਸ ਜਾਂ ਡੈਸਟੀਨੇਸ਼ਨ ਨੂੰ ਹੀ ਸੋਰਸ ਸਟੇਸ਼ਨ ਨੂੰ ਹੀ ਭੇਜਿਆ ਜਾਂਦਾ ਸੀ, ਬਟ ਐਕਸਪਲੀਸਿਟ ਸਿਗਨਲਿੰਗ ਦੇ ਵਿੱਚ ਉਹਨਾਂ ਨੂੰ ਸਿਗਨਲ ਭੇਜਿਆ ਜਾਂਦਾ ਸੋਰਸ ਜਾਂ ਡੈਸਟੀਨੇਸ਼ਨ ਦੋਨਾਂ 'ਚੋਂ ਇੱਕ ਨੂੰ ਭੇਜ ਦਿੱਤਾ ਜਾਂਦਾ। ਬੈਕਵਰਡ ਸਿਗਨਲਿੰਗ, ਇਹਦੇ ਦੋ ਮੈਥਡ ਹੈ। ਬੈਕਵਰਡ ਸਿਗਨਲਿੰਗ ਦੇ ਵਿੱਚ ਤਾਂ ਜਿਹੜਾ ਪੈਕਟ ਹੈ ਉਹ ਸੋਰਸ ਨੂੰ ਸੈਂਡ ਕੀਤਾ ਜਾਂਦਾ ਅਤੇ ਉਹਨੂੰ ਇਨਫੋਰਮ ਕੀਤਾ ਜਾਂਦਾ ਕਿ ਜਿਹੜਾ ਆਪਣਾ ਡਾਟਾ ਸੈਂਡ ਨਹੀਂ ਹੋ ਸਕਦਾ ਕਿਉਂਕਿ ਚੈਨਲ ਦੇ ਵਿੱਚ ਕੰਜੈਸ਼ਨ ਅਕਰ ਹੋ ਗਿਆ ਅਤੇ ਜਿਹੜਾ ਉਸ ਚੈਨਲ ਹੈ ਸਲੋ ਡਾਊਨ ਹੋ ਗਿਆ। ਅਤੇ ਫੋਰਵਰਡ ਸਿਗਨਲਿੰਗ ਦੇ ਵਿੱਚ ਜਿਹੜਾ ਪੈਕਟ ਹੈ ਇਨਫੋਰਮੇਸ਼ਨ ਦੇਣ ਲਈ ਉਹ ਜਿਹੜਾ ਡੈਸਟੀਨੇਸ਼ਨ ਨੂੰ ਸੈਂਡ ਕੀਤਾ ਜਾਂਦਾ ਕਿ ਆਪਣੇ ਇੱਥੇ ਜਿਹੜਾ ਕੰਜੈਸ਼ਨ ਅਕਰ ਹੋ ਗਿਆ ਅਤੇ ਡਾਟਾ ਅੱਗੇ ਨਹੀਂ ਸੈਂਡ ਕੀਤਾ ਜਾਂਦਾ।